ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਮਸੀਹ ਵਿਸ਼ਵਾਸ ਦੀਆਂ ਬੁਨਿਆਦੀ ਗੱਲਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਦੀਪਕ ਜੀਵਨ ਦੇ ਬਾਰੇ ਅਧਿਐਨ ਕੀਤਾ ਸੀ। ਅਸੀਂ ਬਾਈਬਲ ਦੇ ਵਿੱਚੋਂ ਯਹੋਨਾ ਦੀ ਅੰਜੀਲ ਉਸਦੇ 10 ਅਧਿਆਏ ਦੀ 22 ਤੋਂ ਲੈ ਕੇ 30 ਆਇਤਾਂ ਦੇ ਵਚਨਾਂ ਨੂੰ ਵੇਖਿਆ ਸੀ। ਅਸੀਂ ਇਹਨਾਂ ਵਚਨਾਂ ਤੋਂ ਸਦੀਪਕ ਜੀਵਨ ਦੀਆਂ 3 ਮਹੱਤਵਪੂਰਨ ਗੱਲਾਂ ਨੂੰ ਵੇਖਿਆ ਸੀ। ਉਹ ਸੀ, ਪਹਿਲੀ ਸਦੀਪਕ ਜੀਵਨ ਦਾ ਵਾਅਦਾ, ਦੂਜੀ ਸਦੀਪਕ ਜੀਵਨ ਦੀ ਰੱਖਿਆ ਅਤੇ ਤੀਸਰੀ ਸੀਗੀ ਸਦੀਪਕ ਜੀਵਨ ਦਾ ਸਬੂਤ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਦੀਪਕ ਜੀਵਨ ਦੇ ਅਧਿਐਨ ਨੂੰ ਜਾਰੀ ਰੱਖਾਂਗੇ। ਆਓ ਵੇਖਦੇ ਹਾਂ ਕਿ ਪ੍ਰਭੂ ਸਾਨੂੰ ਸਾਡੇ ਅੱਜ ਦੇ ਅਧਿਐਨ ਤੋਂ ਕੀ ਸਿਖਾਉਂਦਾ ਹੈ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। उस तो बरकता सब लोग पावण, के उस तो बरकता सब लोग पावण, ते कौमा उस्तियां धन्यवाद गावण, ते कौमा उस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक। ਹੁਣ ਮੈਂ ਅਗਲੀ ਚੀਜ਼ ਵੱਲ ਆਉਂਦਾ ਹਾਂ ਜੋ ਇਸ ਵਚਨ ਵਿੱਚ ਹੈ, ਕਿਉਂਕਿ ਮੇਰੇ ਲਈ ਹੁਣ ਜਲਦੀ ਕਰਨਾ ਜ਼ਰੂਰੀ ਹੈ। ਇਹ ਇੱਕ ਸੰਦੇਸ਼ ਵਿੱਚ ਪੂਰੀ ਲੜੀ ਹੈ ਅਤੇ ਮੈਨੂੰ ਸੁਚੇਤ ਰਹਿਣਾ ਪੈਣਾ ਹੈ ਕਿ ਮੈਂ ਇੱਧਰ ਉੱਧਰ ਦੀਆਂ ਨਾ ਮਾਰਾਂ। ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿ ਅਬਦੀ ਜੀਵਨ ਦਾ ਵਾਅਦਾ ਸਾਡੇ ਲਈ ਅਬਦੀ ਜੀਵਨ ਦੀ ਸੁਰੱਖਿਆ ਦੇ ਕਰਕੇ ਸੰਭਾਲਿਆ ਗਿਆ ਹੈ। ਹੁਣ ਗੌਰ ਕਰੋ ਕਿ ਯਹੋਨਾ ਦੀ ਅੰਜੀਲ ਦੇ 10 ਅਧਿਆਏ ਵਿੱਚ ਕੀ ਆਖਿਆ ਗਿਆ ਹੈ। 28 ਅਤੇ 29 ਆਇਤਾਂ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਮੈਂ ਉਹਨਾਂ ਨੂੰ ਸੰਦੀਪਕ ਜੀਵਨ ਦਿੰਦਾ ਹਾਂ ਔਰ ਉਹਨਾਂ ਦਾ ਸੰਦੀਪਕ ਤੱਕ ਕਦੇ ਨਾਸ਼ ਨਾ ਹੋਵੇਗਾ, ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਮੇਰੇ ਪਿਤਾ ਜਿਹਨੇ ਮੈਨੂੰ ਉਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋਹ ਨਹੀਂ ਸਕਦਾ। ਹੁਣ ਇਹ ਹੈ ਜੋ ਇਹ ਬਚਨ ਸਿਖਾਉਂਦੇ ਹਨ। ਸਾਨੂੰ ਸਿਖਾਉਂਦਾ ਹੈ ਕਿ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਕਬੂਲ ਕਰ ਲੈਂਦੇ ਹਾਂ ਤਾਂ ਸਾਨੂੰ ਯਿਸੂ ਮਸੀਹ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ। ਮੈਂ ਚਾਹੁੰਦਾ ਹਾਂ ਕਿ ਆਪ ਜਰਾ ਇਸ ਦ੍ਰਿਸ਼ ਵੱਲ ਤੱਕੋ। ਅਸੀਂ ਪ੍ਰਭੂ ਦੇ ਹੱਥ ਵਿੱਚ ਹਾਂ। ਹੁਣ ਗੌਰ ਕਰੋ ਕਿ ਯਿਸੂ ਜੀ ਆਖਦੇ ਹਨ ਕਿ ਯਿਸੂ ਮਸੀਹ ਦਾ ਹੱਥ ਪਿਤਾ ਦੇ ਹੱਥ ਵਿੱਚ ਹੈ। ਇਸ ਤਰ੍ਹਾਂ ਅਸੀਂ ਮਸੀਹ ਦੇ ਹੱਥ ਵਿੱਚ ਹਾਂ ਅਤੇ ਪਿਤਾ ਦੇ ਹੱਥ ਵਿੱਚ ਵੀ ਹਾਂ ਅਤੇ ਮਸੀਹ ਠੀਕ ਵਿਚਕਾਰ ਹੈ। ਅਸੀਂ ਮਸੀਹ ਦੇ ਹੱਥ ਅਤੇ ਪਿਤਾ ਦੇ ਹੱਥ ਦੇ ਦੁਆਰਾ ਸੁਰੱਖਿਅਤ ਹਾਂ। ਅਤੇ ਇਸ ਹਫ਼ਤੇ ਮੈਂ ਇੱਕ ਵਿਆਖਿਆਕਾਰ ਦੇ ਇਸ ਵਚਨ ਬਾਰੇ ਵਿਚਾਰ ਨੂੰ ਪੜ੍ਹ ਰਿਹਾ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਸੀ ਸੋਚਿਆ। ਉਸਨੇ ਆਖਿਆ, ਕਿਰਪਾ ਕਰਕੇ ਗੌਰ ਕਰੋ ਕਿ ਇੱਥੇ ਹੱਥ ਲਈ ਇੱਕ ਵਚਨ ਇਸਤੇਮਾਲ ਕੀਤਾ ਗਿਆ ਹੈ। ਇਸ ਵਾਸਤੇ ਸਿਰਫ ਇੱਕ ਹੱਥ ਯਸੂ ਦਾ ਅਤੇ ਇੱਕ ਹੱਥ ਪਿਤਾ ਦਾ ਕਾਫੀ ਹੈ, ਅਤੇ ਜੋ ਵੀ ਆਪ ਦਾ ਪਿੱਛਾ ਕਰੇ ਉਸ ਨੂੰ ਪਰੇ ਰੱਖਣ ਲਈ ਦੋਹਾਂ ਦਾ ਇੱਕ ਇੱਕ ਹੱਥ ਖਾਲੀ ਹੈ। ਆਮੀਨ। ਰੋਮੀਓ ਦੀ ਪੱਤਰੀ ਦਾ ਉਹ ਭਾਗ ਮੈਨੂੰ ਬਹੁਤ ਪਸੰਦ ਹੈ ਜੋ
ਉਹਨਾਂ ਸ਼ਰੀਰਾਂ ਗੱਲਾਂ ਨੂੰ ਪਰੇ ਕਰਦਾ ਹੈ ਜੋ ਵੀ ਆਪ ਨੂੰ ਮਸੀਹ ਦੇ ਪ੍ਰੇਮ ਤੋਂ ਪਰੇ ਕਰੇ। ਕਿ ਆਪ ਉਸ ਮਹਾਨ ਬਾਣੀ ਦੇ ਭਾਗ ਨੂੰ ਜਾਣਦੇ ਹੋ ਜੋ ਪੌਲੁਸ ਰਸੂਲ ਦੁਆਰਾ ਰੋਮੀਓ 8 ਅਧਿਆਇ ਦੀ 35 ਐਤ ਤੋਂ ਆਰੰਭ ਹੁੰਦਾ ਹੈ। ਉਹ ਆਖਦਾ ਹੈ, ਸਾਨੂੰ ਮਸੀਹ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ। ਫਿਰ ਉਹ ਉਹਨਾਂ ਚੀਜ਼ਾਂ ਦੀ ਇੱਕ ਲੰਬੀ ਸੂਚੀ ਦਾ ਵੇਰਵਾ ਦਿੰਦਾ ਹੈ ਜੋ ਸੰਭਵ ਤੌਰ ਤੇ ਉਹ ਸੋਚਦਾ ਹੈ ਕਿ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰ ਸਕਦਾ ਹੈ। ਉਸਨੇ ਆਖਿਆ ਸੀ ਕਿ ਬਿਪਤਾ ਨਹੀਂ, ਕਿ ਕਸ਼ਟ ਨਹੀਂ, ਜੀ ਹਾਂ, ਹਨੇਰ ਬਾਰੇ ਵੀ ਆਖਿਆ ਹੈ, ਨਹੀਂ ਇਹ ਸਾਨੂੰ ਅੱਡ ਨਹੀਂ ਕਰੇਗਾ। ਜੀ ਹਾਂ, ਅਕਾਲ ਅਤੇ ਨੰਗ ਸੱਚਮੁੱਚ ਸਾਨੂੰ ਅੱਡ ਨਹੀਂ ਕਰੇਗਾ। ਇਹ ਵੀ ਸਾਨੂੰ ਅੱਡ ਨਹੀਂ ਕਰੇਗਾ। ਜਾਂ ਹਾਂ, ਭੌਜਲ ਬਾਰੇ ਕੀ ਆਖੀਏ, ਨਹੀਂ ਆਪ ਭੌਜਲਾਂ ਦੁਆਰਾ ਅੱਡ ਨਹੀਂ ਕੀਤੇ ਜਾਓਗੇ। ਜੀ ਹਾਂ, ਸਜ਼ਾ ਬਾਰੇ ਵੀ ਆਖਿਆ ਗਿਆ ਹੈ। ਕਿਉਂਕਿ ਮੈਨੂੰ ਰੂਪ ਰੇਖਾ ਵਿੱਚ ਬਹੁਤ ਦਿਲਚਸਪੀ ਹੈ, ਇਸ ਕਰਕੇ ਮੈਂ ਆਪਣੀ ਬਾਈਬਲ ਵਿੱਚ ਇਹ ਲਿਖਿਆ ਹੈ, ਸਮੱਸਿਆਵਾਂ ਤੁਹਾਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦੀਆਂ। ਇਹ ਬਿਪਤਾ ਹੈ ਤਾਂ ਜੋ ਉਹ ਦਬਾਓ ਤੁਹਾਨੂੰ ਪਰਮੇਸ਼ਰ ਤੋਂ ਦੂਰ ਨਹੀਂ ਕਰ ਸਕਦੇ। ਇਹ ਹਨ ਪਰੇਸ਼ਾਨੀਆਂ, ਸਤਾਓ ਤੁਹਾਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦਾ। ਕੰਗਾਲੀ ਆਪ ਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦੀ। ਅਕਾਲ ਤੇ ਨੰਗ ਭੌਜਲ ਤੁਹਾਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦਾ। ਇਹ ਹੈ ਖਤਰਾ ਅਤੇ ਸਜ਼ਾ ਤੁਹਾਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦੀ। ਤੁਸੀਂ ਪਰਮੇਸ਼ਰ ਤੋਂ ਅੱਡ ਨਹੀਂ ਕੀਤੇ ਜਾ ਸਕਦੇ। ਕਿ ਆਪ ਜਾਣਦੇ ਹੋ ਕਿਉਂ? ਕਿਉਂਕਿ ਆਪ ਉਸ ਦੇ ਹੱਥ ਨੂੰ ਨਹੀਂ ਪਕੜ ਰਹੇ, ਬਲਕਿ ਇਹ ਤਾਂ ਪਰਮੇਸ਼ਰ ਜੋ ਆਪ ਨੂੰ ਪਕੜੇ ਹੋਏ ਹੈ। ਇਸ ਨੂੰ ਅਸੀਂ ਕਿਵੇਂ ਸਮਝਦੇ ਹਾਂ, ਇਸ ਵਿੱਚ ਬਹੁਤ ਵੱਡਾ ਫਰਕ ਹੈ। ਅਤੇ ਫਿਰ ਪੌਲੁਸ ਰੋਮੀਓ ਦੀ ਪੱਤਰੀ ਉਸ ਮਹਾਨ ਭਾਗ ਦਾ ਸਾਰਾਂਸ਼ ਇਹ ਆਖਦਿਆਂ ਕਰਦਾ ਹੈ, ਕਿਉਂ ਜੋ ਮੈਨੂੰ ਪ੍ਰਤੀਤੀ ਹੈ ਭਾਈ, ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹੋਣ ਵਾਲੀਆਂ ਵਸਤੂਆਂ, ਨਾ ਸ਼ਕਤੀਆਂ, ਅਤੇ ਉਹ ਸਭ ਦਾ ਜ਼ਿਕਰ ਕਰਦਾ ਜਾਂਦਾ ਹੈ ਜਿਸ ਦੀ ਵੀ ਕਲਪਨਾ ਕੀਤੀ ਜਾ ਸਕਦੀ ਹੈ। ਅਤੇ ਉਸ ਦਾ ਆਖਰੀ ਫੈਸਲਾ ਇਹ ਹੈ, ਕੋਈ ਵੀ ਮੈਨੂੰ ਪਰਮੇਸ਼ਰ ਤੋਂ ਅੱਡ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਨੇ ਮੈਨੂੰ ਆਪਣੇ ਹੱਥ ਵਿੱਚ ਸੁਰੱਖਿਅਤ ਪਕੜਿਆ ਹੋਇਆ ਹੈ ਅਤੇ ਮੈਂ ਉਸੇ ਦੇ ਵਿੱਚ ਹਾਂ। ਹੋ ਸਕਦਾ ਹੈ ਕੋਈ ਆਖੇ, ਜੀ ਹਾਂ ਠੀਕ ਹੈ, ਇੱਥੇ ਯਹੂਨਾ ਦੀ ਅੰਜੀਲ ਦੇ 10ਵੇਂ ਅਧਿਆਇ ਵਿੱਚ ਆਖਿਆ ਗਿਆ ਹੈ ਕਿ ਪਿਤਾ ਦੇ ਹੱਥੋਂ ਮੈਨੂੰ ਕੋਈ ਨਹੀਂ ਖੋ ਸਕਦਾ। ਪਰ ਸ਼ੈਤਾਨ ਬਾਰੇ ਕੀ ਆਖਿਆ ਗਿਆ ਹੈ? ਉਹ ਨਹੀਂ ਖੋ ਸਕਦਾ। ਮੇਰੀ ਇੱਛਾ ਇਹ ਹੈ ਕਿ ਆਪ ਆਪਣੀ ਬਾਈਬਲ ਉੱਤੇ ਝਾਤੀ ਮਾਰੋ, ਠੀਕ ਇਸ ਵਚਨ ਉੱਤੇ ਠੀਕ ਇਸੇ ਸਮੇਂ ਨਜ਼ਰ ਮਾਰੋ ਕਿ ਆਪ ਇਸ ਤਰ੍ਹਾਂ ਕਰੋਗੇ। ਅਤੇ ਮੈਂ ਚਾਹੁੰਦਾ ਹਾਂ ਕਿ ਆਪ 28 ਐਤ ਵਿੱਚ ਜਿੱਥੇ ਆਪ ਮਨੁੱਖ ਸ਼ਬਦ ਕੋਲ ਆਉਂਦੇ ਹੋ, ਇਹ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਔਰ ਉਹਦੇ ਵਿੱਚੋਂ ਲਿਆ ਗਿਆ ਹੈ। ਇਸ ਨੂੰ ਇੱਕ ਖਾਸ ਲਿਖਤ ਵਿੱਚ ਲਿਖਿਆ ਗਿਆ ਹੈ। ਕਿ ਆਪ ਜਾਣਦੇ ਹੋ ਇਸ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਇਹ ਹੁੰਦਾ ਹੈ ਕਿ ਸ਼ਬਦ ਮੂਲ ਭਾਸ਼ਾ ਵਿੱਚ ਨਹੀਂ ਹੈ, ਬਲਕਿ ਇਸ ਨੂੰ ਪੜ੍ਹਨ ਵਿੱਚ ਸਪਸ਼ਟਤਾ ਪ੍ਰਦਾਨ ਕਰਨ ਲਈ ਭਾਸ਼ਾ ਵਿੱਚ ਜੋੜਿਆ ਗਿਆ ਹੈ। ਕਿ ਆਪ ਜਾਣਦੇ ਹੋ ਕਿ ਅਸਲ ਵਿੱਚ ਇਹ ਕੀ ਆਖਦਾ ਹੈ? ਇਹ ਆਖਦਾ ਹੈ, ਨਾ ਹੀ ਕੋਈ ਵਿਅਕਤੀ, ਨਾ ਹੀ ਕੋਈ ਦੁਸ਼ਟ ਆਤਮਾ, ਨਾ ਹੀ ਕੋਈ ਸ਼ੈਤਾਨ, ਨਾ ਹੀ ਕੋਈ ਸਵਰਗਦੂਤ, ਕੋਈ ਵੀ ਮਨੁੱਖੀ ਪ੍ਰਾਣੀ, ਨਾ ਹੀ ਕੋਈ ਸ਼ਕਤੀ, ਇਸ ਵਿੱਚ ਹੋਰ ਕੋਈ ਵੀ ਪ੍ਰਾਣੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਤੇ ਜੋ ਪਰਮੇਸ਼ਰ ਪੁੱਤਰ ਸਾਨੂੰ ਆਖ ਰਿਹਾ ਹੈ ਉਹ ਇਹ ਹੈ, ਅਜਿਹੀ ਕੋਈ ਵੀ ਪ੍ਰਾਣੀ ਜਿੰਦਾ ਨਹੀਂ ਜੋ ਤੁਹਾਨੂੰ ਪਰਮੇਸ਼ਰ ਦੇ ਹੱਥੋਂ ਖੋ ਸਕਦਾ ਹੋਵੇ। ਇਹ ਸੰਭਵ ਨਹੀਂ ਹੈ। ਇਹ ਤਾਂ ਬਸ ਸੰਭਵ ਹੀ ਨਹੀਂ ਹੈ। ਹੁਣ ਹੋ ਸਕਦਾ ਹੈ ਕਿ ਕੋਈ ਮੈਨੂੰ ਇਹ ਆਖੇ, ਪਰ ਪਾਸਵਾਨ ਜ਼ਰਮੀਆ ਜੀ, ਇਸ ਸਿਧਾਂਤ ਦੀ ਸਿੱਖਿਆ ਦੇਣਾ ਤੇ ਖਤਰਨਾਕ ਹੈ। ਤੈਨੂੰ ਇਹ ਸਿੱਖਿਆ ਨਹੀਂ ਦੇਣੀ ਚਾਹੀਦੀ। ਮੈਂ ਆਪ ਨੂੰ ਦੱਸ ਦੇਵਾਂ ਕਿਉਂ। ਜੇਕਰ ਆਪ ਪਰਮੇਸ਼ਰ ਦੇ ਲੋਕਾਂ ਨੂੰ ਇਹ ਸਿੱਖਿਆ ਦਿੰਦੇ ਹੋ, ਤਦ ਕੀ ਆਪ ਜਾਣਦੇ ਹੋ ਕਿ ਉਹ ਕੀ ਕਰਨਗੇ? ਕਿਉਂਕਿ ਉਹ ਇਹ ਸੋਚਣ ਲੱਗ ਜਾਣਗੇ ਕਿ ਜੇਕਰ ਮੈਂ ਸੰਭਾਲਿਆ ਗਿਆ ਹਾਂ ਅਤੇ ਮੈਂ ਸੁਰੱਖਿਅਤ ਹਾਂ ਅਤੇ ਮੈਂ ਮਸੀਹ ਦੇ ਹੱਥ ਵਿੱਚ ਹਾਂ ਅਤੇ ਪਿਤਾ ਦੇ ਹੱਥ ਵਿੱਚ, ਅਤੇ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜੀ ਹਾਂ, ਮੈਂ ਤਾਂ ਬਸ ਇਧਰੋਂ ਉਧਰੋਂ ਜਾ ਸਕਦਾ ਹਾਂ ਤੇ ਪਾਪ ਅਤੇ ਜੋ ਕੁਝ ਵੀ ਚਾਹਾਂ ਕਰ ਸਕਦਾ ਹਾਂ, ਅਤੇ ਫਿਰ ਵੀ ਮੈਂ ਸਵਰਗ ਨੂੰ ਤਾਂ ਚਲਾ ਹੀ ਜਾਵਾਂਗਾ। ਕਿ ਆਪਨੇ ਕਦੇ ਕਿਸੇ ਨੂੰ ਇਹ ਆਖਦੇ ਸੁਣਿਆ ਹੈ? ਕਿ ਆਪ ਇਹ ਕਰੋਗੇ? ਕਿ ਇਹ ਆਪ ਦਾ ਦਿਲ ਹੈ? ਕਿ ਆਪ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਕਿ ਆਪ ਅੱਜ ਬੈਠੇ ਇਸ ਵਚਨ ਨੂੰ ਸੁਣਾਉਂਦੇ ਇਹ ਸੋਚ ਰਹੇ ਹੋ? ਮੈਂ ਸੱਚਮੁੱਚ ਖੁਸ਼ ਹਾਂ ਕਿ ਪਾਸਵਾਨ ਇਸ ਮੁੱਦੇ ਨੂੰ ਅੱਜ ਲੈ ਰਿਹਾ ਹੈ। ਮੈਨੂੰ ਇਸੇ ਦੀ ਚਿੰਤਾ ਸੀ। ਹੁਣ ਮੈਂ ਜਦੋਂ ਕਿ ਮੈਂ ਜਾਣਦਾ ਹਾਂ ਕਿ ਮੈਂ ਸੰਭਾਲਿਆ ਗਿਆ ਹਾਂ ਅਤੇ ਮੈਂ ਮਸੀਹ ਦੇ ਹੱਥ ਵਿੱਚ ਹਾਂ, ਹੁਣ ਮੈਂ ਬਸ ਜਾ ਕੇ ਇਸੇ ਤਰ੍ਹਾਂ ਜੀਵਾਂਗਾ। ਸ਼੍ਰੀਮਾਨ ਜੀ, ਮੈਂ ਆਪ ਨੂੰ ਕੁਝ ਦੱਸ ਦੇਵਾਂ। ਜੇਕਰ ਇਹ ਆਪ ਦੇ ਦਿਲ ਵਿੱਚ ਹੈ ਤਦ ਮੈਨੂੰ ਸ਼ੱਕ ਹੈ। ਜੇਕਰ ਆਪ ਬਚਾਏ ਵੀ ਹੋਏ, ਅਤੇ ਮੈਨੂੰ ਸ਼ੱਕ ਹੈ ਜੇਕਰ ਆਪ ਨੇ ਪ੍ਰਭੂ ਨੂੰ ਜਾਣਿਆ ਵੀ ਹੈ। ਕਿ ਆਪ ਜਾਣਦੇ ਹੋ ਕਿਉਂ? ਮੇਰਾ ਅਨੁਭਵ ਇਹ ਦੱਸਦਾ ਹੈ ਕਿ ਇਹ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਉਸ ਦੇ ਪਿਆਰ ਦਾ ਗਿਆਨ ਹੀ ਹੈ ਜੋ ਕਿ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਕੇ ਇੱਕ ਵਿਸ਼ਵਾਸੀ ਨੂੰ ਪਾਪ ਕਰਨ ਤੋਂ ਰੋਕਦਾ ਹੈ। ਕਿ ਆਪ ਜਾਣਦੇ ਹੋ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਮਸੀਹ ਦੇ ਸੇਵਾ ਕਰਨ ਲਈ ਖੁਆਇਸ਼ ਪ੍ਰਦਾਨ ਕਰਦੀ ਹੈ। ਜਦੋਂ ਮੈਂ ਸਵੇਰੇ ਪ੍ਰਾਰਥਨਾ ਕਰਦਾ ਹਾਂ ਅਤੇ ਜਦੋਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅਤੇ ਜਦੋਂ ਮੈਂ ਆਪਣੇ ਖੁਦ ਦੇ ਸਮੇਂ
ਪ੍ਰਭੂ ਦੀ ਬੰਦਗੀ ਕਰਦਾ ਹਾਂ ਤੇ ਜਦੋਂ ਮੈਂ ਪਰਮੇਸ਼ਰ ਦਾ ਧੰਨਵਾਦ ਲਈ ਉਸ ਦੀ ਮਹਿਮਾ ਕਰਦਾ ਹਾਂ, ਉਸ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ। ਮੈਨੂੰ ਆਪਣੇ ਦਿਨ ਦੀ ਸ਼ੁਰੂਆਤ ਕਰਨ ਅਤੇ ਆਪਣੀ ਜ਼ਿੰਦਗੀ ਪਰਮੇਸ਼ਰ ਦਾ ਧੰਨਵਾਦ ਕਰਦਿਆਂ ਜਿਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ, ਉਸ ਵਾਸਤੇ ਜੋ ਕੁਝ ਉਹ ਮੇਰੇ ਲਈ ਕਰ ਚੁੱਕਾ ਹੈ। ਆਪ ਇਹ ਸਮਝੋ ਕਿ ਮਸੀਹ ਸੇਵਾ ਕਰਨ ਲਈ ਪ੍ਰੇਰਨਾ ਤੇ ਉੱਤੇ ਨਿਰਭਰ ਨਹੀਂ ਹੈ, ਇਹ ਤਾਂ ਪਿਆਰ ਉੱਤੇ ਆਧਾਰਿਤ ਹੈ। ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਭਲੇ ਦੇ ਕੰਮ ਦੇ ਦੁਆਰਾ ਨਹੀਂ ਬਚਾਏ ਗਏ, ਪਰੰਤੂ ਭਲੇ ਦੇ ਕੰਮਾਂ ਨੂੰ ਕਰਨ ਲਈ ਬਚਾਏ ਗਏ ਹਾਂ, ਜੋ ਕਿ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ ਕਿ ਅਸੀਂ ਉਹਨਾਂ ਵਿੱਚ ਚੱਲੀਏ। ਅਤੇ ਜਦੋਂ ਅਸੀਂ ਯਿਸੂ ਮਸੀਹ ਕੋਲ ਆਉਂਦੇ ਹਾਂ, ਜੋ ਸਾਡਾ ਮੁਕਤੀਦਾਤਾ ਹੈ, ਤਦ ਉਹ ਸਾਡੇ ਦਿਲਾਂ ਦੇ ਅੰਦਰ ਉਸ ਦੀ ਸੇਵਾ ਕਰਨ ਦੀ ਖੁਆਇਸ਼ ਪਾਉਂਦਾ ਹੈ ਅਤੇ ਅਸੀਂ ਇਹ ਆਖਦਿਆਂ ਇੱਧਰ ਉੱਧਰ ਨਹੀਂ ਭੱਜਦੇ, ਜੀ ਹਾਂ, ਮੇਰੇ ਲਈ ਬਿਹਤਰ ਮੈਂ ਅੱਜ ਗਿਰਜਾ ਘਰ ਜਾਣ ਪਰ ਮੈਂ ਆਪਣੀ ਮੁਕਤੀ ਖੋ ਲਵਾਂਗਾ। ਮੈਂ ਗਿਰਜੇ ਇਸ ਕਰਕੇ ਜਾਂਦਾ ਹਾਂ ਕਿਉਂਕਿ ਮੈਂ ਪਰਮੇਸ਼ਰ ਦੇ ਲੋਕਾਂ ਨੂੰ ਪਸੰਦ ਕਰਦਾ ਹਾਂ ਅਤੇ ਮੈਂ ਬਾਣੀ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦਾ ਅਤੇ ਮੈਂ ਪ੍ਰਭੂ ਦੀ ਉਸਤਤ ਕਰਨਾ ਪਸੰਦ ਕਰਦਾ ਹਾਂ। ਮੈਂ ਨਹੀਂ ਸੋਚਦਾ ਕੋਈ ਇਹੋ ਜਿਹਾ ਮਾਪਾ ਅੱਜ ਇੱਥੇ ਹੈ ਜਿਸ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਇਹ ਆਖਿਆ ਹੋਵੇ, ਹੁਣ ਜਾ ਕਰ ਤੂੰ ਇੱਕ ਵਾਰ ਮੇਰੀ ਅਣਆਗਿਆਕਾਰੀ ਬਾਹਰ ਗਲੀ ਜਨਤਾ ਵਿੱਚ ਕੀਤੀ ਤਾਂ ਵੇਖ ਲਈ, ਪਰ ਮੈਂ ਆਪ ਨੂੰ ਕੁਝ ਪੁੱਛ ਲਵਾਂ, ਅਸੀਂ ਪਰਮੇਸ਼ਰ ਨੂੰ ਇਹੋ ਜਿਹੀ ਰੌਸ਼ਨੀ ਵਿੱਚ ਕਿਉਂ ਰੱਖਦੇ ਹਾਂ ਜੋ ਕਿ ਅਸੀਂ ਮਨੁੱਖੀ ਪਿਤਾਵਾਂ ਦੇ ਲਈ ਕਦੇ ਵੀ ਸਵੀਕਾਰ ਨਹੀਂ ਕਰਾਂਗੇ। ਹੁਣ ਜਦੋਂ ਅਸੀਂ ਇਹ ਸਿੱਖਿਆ ਦਿੰਦੇ ਹਾਂ ਕਿ ਜੋ ਕੁਝ ਪਰਮੇਸ਼ਰ ਸਾਨੂੰ ਬਖਸ਼ਦਾ ਹੈ ਉਹ ਉਸ ਵਿੱਚ ਸਾਨੂੰ ਸੰਭਾਲਦਾ ਨਹੀਂ, ਤਦ ਅਸੀਂ ਪਰਮੇਸ਼ਰ ਪਿਤਾ ਨੂੰ ਇੱਕ ਮਨੁੱਖੀ ਪਿਤਾ ਦੀ ਰੌਸ਼ਨੀ ਵਿੱਚ ਖੜਾ ਕਰਦੇ ਹਾਂ ਜੋ ਆਪਣੇ ਬੱਚਿਆਂ ਨੂੰ ਜਦੋਂ ਉਹ ਅਣਆਗਿਆਕਾਰੀ ਕਰਦੇ ਹਨ ਬਾਹਰੀ ਗਲੀ ਵਿੱਚ ਸੁੱਟ ਦਿੰਦਾ ਹੈ। ਪਰਮੇਸ਼ਰ ਠੀਕ ਜਿਸ ਤਰ੍ਹਾਂ ਅਸੀਂ ਮਾਪੇ ਕਰਦੇ ਹਾਂ, ਉਹ ਸਾਨੂੰ ਵਾਪਸ ਸੰਗਤ ਵਿੱਚ ਆਉਂਦਾ ਵੇਖਦਾ ਪਸੰਦ ਕਰਦਾ ਹੈ। ਇੱਥੇ ਸਾਡੇ ਲਈ ਇੱਕ ਸਮੱਸਿਆ ਹੈ। ਇਸ ਗੱਲ ਨੂੰ ਜ਼ਿਆਦਾ ਮਹੀਨਿਆਂ ਨਹੀਂ ਹੋਇਆ ਜਦੋਂ ਕਿ ਸਾਨੂੰ ਆਪਣੇ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਇੱਕ ਦੇ ਮਾਪੇ ਨੂੰ ਸਦਮਾ ਪਿਆ ਜੋ ਮੁਸੀਬਤ ਵਿੱਚ ਚੁੱਕਾ ਸੀ। ਇੱਕ ਮਸੀਹ ਸਕੂਲ ਵਿੱਚ ਵੀ ਇਹ ਕਦੇ-ਕਦੇ ਵਰਤਦਾ ਹੈ ਅਤੇ ਅਸੀਂ ਉਸ ਪਿਓ ਨਾਲ ਗੱਲਬਾਤ ਕੀਤੀ ਅਤੇ ਜੋ ਕੁਝ ਉਸ ਨੇ ਆਖਿਆ ਸੀ ਮੈਂ ਉਸ ਨੂੰ ਕਦੇ ਨਹੀਂ ਭੁਲਾਵਾਂਗਾ। ਉਸਨੇ ਲੜਕੇ ਨੂੰ ਪੁੱਛਿਆ ਜੇਕਰ ਇਹ ਸਭ ਸੱਚ ਸੀ ਅਤੇ ਉਸਨੇ ਆਖਿਆ ਹਾਂ ਇਹ ਸੱਚ ਹੈ, ਤੂੰ ਇਹ ਕਿਉਂ ਕੀਤਾ? ਜੀ ਹਾਂ, ਮੈਂ ਇਹੋ ਹੀ ਕੀਤਾ ਸੀ। ਠੀਕ ਹੈ ਬੇਟੇ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ। ਤੇਰੀ ਮਾਂ ਅਤੇ ਪਿਤਾ ਅਜੇ ਵੀ ਤੈਨੂੰ ਪਿਆਰ ਕਰਦੇ ਹਨ ਅਤੇ ਇਹ ਕਦੇ ਵੀ ਬਦਲਣਾ ਨਹੀਂ ਹੈ। ਅਸੀਂ ਇਹ ਹਾਲਾਤ ਵਿੱਚ ਵੀ ਤੈਨੂੰ ਪਿਆਰ ਕਰਦੇ ਹਾਂ ਅਤੇ ਪਿਆਰ ਕਰਦੇ ਰਹਾਂਗੇ। ਅਸੀਂ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਅਤੇ ਅਸੀਂ ਸਾਰੇ ਰਾਸਤੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਅਤੇ ਅਸੀਂ ਤਾਂ ਬਸ ਤੈਨੂੰ ਪਿਆਰ ਕਰਨਾ ਜਾਰੀ ਰੱਖਣ ਜਾ ਰਹੇ ਹਾਂ ਅਤੇ ਅਸੀਂ ਸਭ ਵਿੱਚ ਸਫਲ ਹੋਣ ਜਾ ਰਹੇ ਹਾਂ। ਅਤੇ ਮੈਂ ਆਪ ਵਿੱਚ ਸੋਚਿਆ ਇਹੋ ਹੀ ਹੈ ਜੋ ਇੱਕ ਪਿਤਾ ਨੂੰ ਕਰਨਾ ਚਾਹੀਦਾ ਹੈ ਅਤੇ ਮੈਂ ਤਾਂ ਬਸ ਇਹ ਪ੍ਰਾਰਥਨਾ ਕੀਤੀ ਹੈ, ਹੇ ਪ੍ਰਭੂ ਮੇਰੀ ਮਦਦ ਕਰ, ਇਹ ਮੇਰੇ ਨੇਕ ਵਪਾਰੇ ਤਾਂ ਮੈਂ ਜਾਣ ਸਕਾਂ ਕਿ ਪਰਮੇਸ਼ਰ ਦੇ ਇੱਕ ਦਿਲ ਨੂੰ ਰੱਖਣ ਵਾਲਾ ਪਿਤਾ ਹੋਣਾ ਕਿਹੋ ਜਿਹਾ ਹੁੰਦਾ ਹੈ। ਪਰਮੇਸ਼ਰ ਠੀਕ ਇਸੇ ਤਰ੍ਹਾਂ ਦਾ ਹੀ ਹੈ। ਆਪ ਗੌਰ ਕਰੋ, ਜਦੋਂ ਅਸੀਂ ਇਹ ਆਖਦੇ ਹਾਂ ਕਿ ਜਦੋਂ ਪਰਮੇਸ਼ਰ ਸਾਨੂੰ ਬਾਹਰ ਕੱਢ ਦਿੰਦਾ ਹੈ ਅਸੀਂ ਇੱਕ ਵਾਰ ਅਸਫਲ ਹੋ ਜਾਂਦੇ ਹਾਂ ਜਾਂ ਫਿਰ ਪਾਪ ਵਿੱਚ ਪੈ ਜਾਂਦੇ ਹਾਂ ਅਤੇ ਅਸੀਂ ਨਵਾਂ ਜਨਮ ਪਾਏ ਹੋਏ ਹਾਂ, ਤਦ ਅਸੀਂ ਪ੍ਰਭੂ ਉੱਤੇ ਪਛਾਵਾਂ ਪਾਉਂਦੇ ਹਾਂ। ਜੇਕਰ ਇਹ ਅਸੀਂ ਹੁੰਦੇ ਹੋ ਜੋ ਕਿ ਮੁਕਤੀ ਦੇ ਕੰਮ ਵਿੱਚ ਸ਼ਾਮਲ ਨਹੀਂ ਸੀ, ਤਦ ਇਹ ਪਛਾਣਾ ਸਾਡੇ ਉੱਤੇ ਪੈਣਾ ਸੀ, ਪਰ ਇਹ ਤਾਂ ਪਰਮੇਸ਼ਰ ਹੈ ਨਾ ਕਿ ਅਸੀਂ। ਪਰਮੇਸ਼ਰ ਹੀ ਹੈ ਜੋ ਸਾਨੂੰ ਸੰਭਾਲਦਾ ਹੈ, ਉਹੀ ਹੈ ਜੋ ਸਾਨੂੰ ਬਚਾਉਂਦਾ ਹੈ ਅਤੇ ਉਹੀ ਹੈ ਜੋ ਸਾਨੂੰ ਅੰਤ ਵਿੱਚ ਮਹਿਮਾ ਤੱਕ ਪਹੁੰਚਾਉਂਦਾ ਹੈ। ਅਤੇ ਜਦੋਂ ਅਸੀਂ ਇਹ ਆਖਦੇ ਹਾਂ ਕਿ ਅਸੀਂ ਉਸ ਉੱਤੇ ਅਤੇ ਉਸ ਦੀ ਸਾਮਰਥ ਉੱਤੇ ਸ਼ੱਕ ਕਰਦੇ ਹਾਂ, ਤਦ ਅਸੀਂ ਉਸ ਉੱਤੇ ਪਰਛਾਵੇਂ ਪਾਉਂਦੇ ਹਾਂ ਅਬਦੀ ਜੀਵਨ ਦਾ ਸਬੂਤ। ਮੈਂ ਇਸ ਤੀਸਰੀ ਗੱਲ ਨਾਲ, ਇਸ ਵਿਚਾਰਾਂ ਦੇ ਨਾਲ ਇਹ ਸਿੱਟਾ ਲਵਾਂਗਾ ਕਿ ਅਸੀਂ ਅਬਦੀ ਜੀਵਨ ਦੇ ਵਾਅਦੇ ਅਤੇ ਅਬਦੀ ਜੀਵਨ ਦੀ ਸੁਰੱਖਿਆ ਨਾਰੇ ਗੱਲਬਾਤ ਕਰ ਚੁੱਕੇ ਹਾਂ। ਮੈਂ ਤੀਸਰੀ ਗੱਲ ਪਾਓ ਅਬਦੀ ਜੀਵਨ ਦੇ ਸਬੂਤ ਨੂੰ ਸਾਂਝਾ ਕਰ ਲਵਾਂ। ਮੈਂ ਆਪ ਵਿੱਚੋਂ ਕੁਝ ਨੂੰ ਜਾਣਦਾ ਹਾਂ ਜੋ ਕਿ ਸਿੱਖਿਆ ਲਈ ਉਜਾਗਰ ਕੀਤੇ ਜਾ ਚੁੱਕੇ ਹਨ। ਹੋ ਸਕਦਾ ਹੈ ਇਸ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਹੋਣ। ਆਪ ਮੌਜੂਦ ਹੈ ਅਤੇ ਮੈਨੂੰ ਆਪ ਨੂੰ ਇਸ ਬਾਰੇ ਪੁੱਛਣਾ ਵੀ ਨਹੀਂ ਪੈਣਾ। ਮੈਨੂੰ ਪਤਾ ਹੈ ਜੋ ਪਹਿਲਾਂ ਹੀ ਤੁਹਾਡੇ ਦਿਮਾਗ ਵਿੱਚ ਹੈ। ਆਪ ਇਹ ਸੋਚ ਰਹੇ ਹੋ, ਠੀਕ ਹੈ ਪਾਸਵਾਨ ਜ਼ਰਮੀਆ, ਮੈਂ ਆਪ ਨੂੰ ਇਸ ਅਤੇ ਉਸ ਬਾਰੇ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਆਪ ਇਹ ਅਤੇ ਉਹ ਸਭ ਜਾਣਦੇ ਹੋ। ਉਹ ਪ੍ਰਸਿੱਧ ਤਾਂ ਜ਼ਰੂਰ ਹੈ ਕਿ ਆਪ ਨੇ ਇਹ ਜਾਣ ਲਿਆ ਹੈ ਫਲਾਨਾ ਪ੍ਰਸਿੱਧ ਹੈ। ਮੈਂ ਦੇਸ਼ ਦੇ ਹਰ ਪਾਸੇ ਜਿੱਥੇ ਵੀ ਮੈਂ ਇਸ ਬਾਰੇ ਗੱਲ ਕਰਦਾ ਹਾਂ ਇਸ ਦਾ ਜ਼ਿਕਰ ਕਰ ਚੁੱਕਾ ਹਾਂ। ਫਲਾਨਾ ਇੱਕ ਮਸੀਹ ਸੀ। ਮੈਨੂੰ ਉਹ ਦਿਨ ਯਾਦ ਹੈ ਜਦੋਂ ਉਸ ਨੇ ਅੱਗੇ ਆ ਕੇ ਆਪਣਾ ਦਿਲ ਮਸੀਹ ਨੂੰ ਦਿੱਤਾ ਸੀ। ਉਹ ਇੱਕ ਮਸੀਹ ਹੋ ਗਿਆ ਸੀ, ਉਸ ਨੂੰ ਬਪਤਿਸਮਾ ਦਿੱਤਾ ਗਿਆ ਸੀ, ਉਸ ਕਲੀਸਿਆ ਵਿੱਚ ਜੁੜ ਗਿਆ ਸੀ ਅਤੇ ਉਸ ਨੇ ਪਰਮੇਸ਼ਰ ਦੀ ਸੇਵਾ ਕੀਤੀ ਸੀ।
ਉਹ ਸੰਡੇ ਸਕੂਲ ਦੀ ਇੱਕ ਕਲਾਸ ਨੂੰ ਪੜ੍ਹਾਉਂਦਾ ਹੁੰਦਾ ਸੀ। ਉਸਨੇ ਤਾਂ ਕੁਝ ਸੰਦੇਸ਼ ਜਾਂ ਪ੍ਰਚਾਰ ਵੀ ਕੀਤੇ ਸੀ। ਉਹ ਇਕੱਲਾ ਹੀ ਕਲੀਸਿਆ ਵਿੱਚ ਭਜਨ ਵੀ ਗਾਉਂਦਾ ਹੁੰਦਾ ਸੀ ਅਤੇ ਹਰ ਕੋਈ ਉਸੇ ਵੱਲ ਤੱਕਦਾ ਹੁੰਦਾ ਸੀ ਅਤੇ ਉਹ ਇੱਕ ਪਰਮੇਸ਼ਰ ਪ੍ਰਸੰਨ ਅਦਭੁਤ ਮਸੀਹੀ ਸੀ। ਉਸਨੇ ਕਦੇ ਵੀ ਕਿਸੇ ਰੂਹਾਨੀ ਸਭਾ ਨੂੰ ਨਹੀਂ ਸੀ ਛੱਡਿਆ। ਉਸ ਕੋਲ ਮਸੀਹ ਲਈ ਕੋਈ ਸਮਾਂ ਨਹੀਂ ਸੀ, ਪਰਮੇਸ਼ਰ ਲਈ ਕੋਈ ਵੀ ਸਮਾਂ। ਅਤੇ ਆਪ ਮੈਨੂੰ ਇਹ ਦੱਸਣ ਜਾ ਰਹੇ ਹੋ ਉਹ ਵਿਅਕਤੀ ਬਚਾਇਆ ਗਿਆ ਹੈ। ਨਹੀਂ, ਮੈਂ ਇਸ ਤਰ੍ਹਾਂ ਨਹੀਂ ਆਖਿਆ। ਆਪ ਗੌਰ ਕਰੋ ਕਿ ਜਿੱਥੇ ਵੀ ਬਾਈਬਲ ਸਿੱਖਿਆ ਦੀ ਗੱਲ ਕਰਦੀ ਹੈ, ਇਹ ਹਮੇਸ਼ਾ ਹੀ ਇਸ ਨੂੰ ਆਪਣੇ ਨਜ਼ਰੀਏ ਵਿੱਚ ਬਰਕਰਾਰ ਰੱਖਦੀ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਆਪ ਵਾਪਸ ਯੋਹਨਾ 10:27 ਦੇ ਵਚਨ ਆਓ ਅਤੇ ਇਹ ਗੌਰ ਕਰੀਏ ਕਿ ਇਹ ਆਖਦੇ ਹਨ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਔਰ ਮੈਂ ਉਹਨਾਂ ਨੂੰ ਸਿਆਣਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਪੰਟਨ ਯੁੱਗ ਦੇ ਇਤਿਹਾਸ ਵਿੱਚ ਇਸ ਦੇ ਪ੍ਰਚਾਰ ਇਸ 27 ਵਿੱਚ ਵਰਣਨ ਦੇ ਦੋ ਵਿਸ਼ੇਸ਼ਤਾਵਾਂ ਉੱਤੇ ਜ਼ੋਰ ਦਿੰਦੇ ਹਨ। ਉਹ ਇਹਨਾਂ ਨੂੰ ਮਸੀਹ ਦੀਆਂ ਭੇਡਾਂ ਦੇ ਦੋ ਚਿੰਨ੍ਹ ਵਜੋਂ ਆਖਦੇ ਹਨ। ਨਵੇਂ ਨੇਮ ਦੇ ਯੁੱਗ ਤੋਂ ਬਾਅਦ ਜਦੋਂ ਉਸ ਜ਼ਮਾਨੇ ਵਿੱਚ ਭੇਡਾਂ ਦੇ ਕਈ ਝੁੰਡ ਬਾਹਰ ਇਕੱਠੇ ਕੀਤੇ ਜਾਂਦੇ ਸਨ, ਤਦ ਉਹਨਾਂ ਦੇ ਮਾਲਕ ਨਿਸ਼ਚਿੰਤ ਕਰਨ ਲਈ ਉਹ ਇੱਕ ਭੇਡਾਂ ਨੂੰ ਲੈਂਦੇ ਸਨ ਅਤੇ ਉਹਨਾਂ ਭੇਡਾਂ ਦੇ ਕੰਨ ਵਿੱਚ ਇੱਕ ਛੋਟਾ ਜਿਹਾ ਛੇਕ ਪਾਉਂਦੇ ਸਨ ਅਤੇ ਚਰਵਾਹਾ ਉਸ ਛੇਕ ਦੇ ਆਕਾਰ ਨੂੰ ਜਾਣਦਾ ਹੁੰਦਾ ਸੀ ਅਤੇ ਇਸੇ ਤਰ੍ਹਾਂ ਉਹ ਭੇਡ ਨੂੰ ਪਛਾਣਦਾ ਹੁੰਦਾ ਸੀ। ਸਾਡੇ ਜ਼ਮਾਨੇ ਵਿੱਚ ਅਸੀਂ ਪਸ਼ੂਆਂ ਉੱਤੇ ਇੱਕ ਗਰਮ ਲੋਹੇ ਪਾਲ ਮਾਰ ਕੇ ਲਗਾਉਂਦੇ ਹਾਂ। ਇਹ ਪੁਨਟਨ ਲੋਕ ਆਖਦੇ ਸਨ ਕਿ ਮਸੀਹ ਆਪਣੀਆਂ ਭੇਡਾਂ ਉੱਤੇ ਨਿਸ਼ਾਨ ਲਗਾਉਂਦੇ ਸੀ। ਇੱਕ ਨਿਸ਼ਾਨ ਕੰਨ ਉੱਤੇ ਅਤੇ ਦੂਸਰਾ ਉਸਦੇ ਪੈਰਾਂ ਉੱਤੇ। ਕੰਨ ਉੱਤੇ ਲੱਗਾ ਨਿਸ਼ਾਨ ਇਹ ਸੀ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ, ਅਤੇ ਪੈਰ ਉਤਲਾ ਨਿਸ਼ਾਨ ਇਹ ਹੁੰਦਾ ਸੀ, ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਕੁਝ ਕੁ ਪੁੱਛ ਲਵਾਂ ਕਿ ਆਪ ਇੱਕ ਮਸੀਹ ਹੋ ਕੇ ਆਪ ਆਖਦੇ ਹੋ, ਪਾਸਵਾਨ ਜੀ, ਮੈਂ ਕਲੀਸਿਆ ਵਿੱਚ ਅੱਗੇ ਆਇਆ ਸੀ। ਮੈਨੂੰ ਅਜੇ ਵੀ ਯਾਦ ਹੈ ਜਦੋਂ ਕਈ ਸਾਲ ਪਹਿਲਾਂ ਮੈਂ ਇਸ ਤਰ੍ਹਾਂ ਕੀਤਾ ਸੀ। ਨਿਸ਼ਚਿਤ ਤੌਰ ਤੇ ਮੈਂ ਇੱਕ ਮਸੀਹੀ ਹਾਂ। ਇਹ ਉਹ ਨਹੀਂ ਜੋ ਮੈਂ ਆਪ ਨੂੰ ਪੁੱਛਿਆ ਸੀ। ਆਪ ਨੇ ਤਾਂ ਬਸ ਮੈਨੂੰ ਦੱਸਿਆ ਸੀ ਕਿ ਆਪ ਨੇ ਮਸੀਹ ਹੋਣ ਬਾਰੇ ਇੱਕ ਇਕਰਾਰ ਕੀਤਾ ਹੋਇਆ ਹੈ। ਮੈਂ ਪੁੱਛ ਰਿਹਾ ਹਾਂ, ਜੇਕਰ ਆਪ ਇੱਕ ਮਸੀਹ ਹੋ, ਕਿ ਆਪ ਜਾਣਦੇ ਹੋ ਕਿ ਬਾਈਬਲ ਕੀ ਆਖਦੀ ਹੈ? ਬਾਈਬਲ ਆਖਦੀ ਹੈ, ਜੇਕਰ ਆਪ ਪਰਮੇਸ਼ਰ ਦੀਆਂ ਭੇਡਾਂ ਵਿੱਚੋਂ ਇੱਕ ਹੋ, ਤਦ ਆਪ ਆਪਣੇ ਭੇਡ ਹੋਣ ਦਾ ਚਿੰਨ੍ਹ ਆਪਣੇ ਉੱਤੇ ਪਾਉਣ ਜਾ ਰਹੇ ਹੋ। ਆਪ ਮੇਰੀ ਆਵਾਜ਼ ਸੁਣਦੇ ਹੋ ਅਤੇ ਆਪ ਮੇਰੇ ਪਿੱਛੇ ਚੱਲਦੇ ਹੋ। ਇਸ ਦਾ ਅਰਥ ਕੀ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਕਿ ਜੇਕਰ ਆਪ ਇੱਕ ਮਸੀਹ ਹੋ, ਜਦੋਂ ਆਪ ਪਰਮੇਸ਼ਰ ਦੀ ਬਾਣੀ ਵਿੱਚੋਂ ਕੋਈ ਸੰਦੇਸ਼ ਸੁਣਦੇ ਹੋ, ਜਦੋਂ ਆਪ ਖੁਦ ਪਰਮੇਸ਼ਰ ਦੀ ਬਾਣੀ ਪੜ੍ਹਦੇ ਹੋ, ਤਦ ਆਪ ਦੇ ਦਿਲ ਦੇ ਅੰਦਰ ਇੱਕ ਖੁਸ਼ੀ ਭਰਿਆ ਆਮੀਨ ਆਖਦੇ ਹੋ, ਅੰਦਰ ਜਮ੍ਹਾਂ ਹੋ ਰਿਹਾ ਹੁੰਦਾ ਹੈ। ਜੇਕਰ ਆਪ ਕਹਿ ਰਹੇ ਹੋ ਕਿ ਇਹ ਸੱਚ ਹੈ, ਮੈਂ ਸੁਣਦਾ ਹਾਂ ਜੋ ਆਪ ਆਖ ਰਹੇ ਹੋ, ਮੈਂ ਇਹ ਸਮਝਦਾ ਹਾਂ, ਮੇਰੇ ਕੰਮ ਪਵਿੱਤਰ ਆਤਮਾ ਦੀ ਸੇਵਕਾਈ ਅਤੇ ਖੁਸ਼ਖਬਰੀ ਲਈ ਬੰਦ ਨਹੀਂ ਹੁੰਦੇ। ਅਤੇ ਜਦੋਂ ਇੱਕ ਮਸੀਹ ਵਜੋਂ ਆਪ ਜਾਣਦੇ ਹੋ ਕਿ ਪਰਮੇਸ਼ਰ ਨੇ ਆਪ ਨੂੰ ਕੁਝ ਕਰਨ ਲਈ ਆਖਿਆ ਹੈ, ਆਪ ਉਸ ਨੂੰ ਕਰਦੇ ਹੋ। ਬਾਈਬਲ ਆਖਦੀ ਹੈ, ਜੇਕਰ ਆਪ ਉਸ ਨੂੰ ਪਿਆਰ ਕਰਦੇ ਹੋ, ਤਦ ਆਪ ਉਸ ਦੇ ਹੁਕਮਾਂ ਨੂੰ ਪੂਰਾ ਕਰੋਗੇ। ਉਹ ਜਿਸ ਦੇ ਸੁਣਦੇ ਕੰਨ ਹਨ, ਉਹ ਸੁਣ ਲਵੇ। ਇੱਕ ਵਿਅਕਤੀ ਜੋ ਸੱਚਮੁੱਚ ਬਚਾਇਆ ਗਿਆ ਹੈ, ਇੱਕ ਵਿਅਕਤੀ ਜੋ ਇੱਕ ਮਸੀਹ ਹੈ, ਉਹ ਉਸ ਨੂੰ ਸੁਣ ਜਾ ਰਿਹਾ ਹੈ ਕਿ ਪ੍ਰਭੂ ਉਸ ਨੂੰ ਆਖਦਾ ਹੈ ਅਤੇ ਉਹ ਉਸ ਨੂੰ ਕਰਨ ਜਾ ਰਿਹਾ ਹੈ ਕਿ ਪ੍ਰਭੂ ਉਸ ਨੂੰ ਆਖਦਾ ਹੈ। ਇਸੇ ਤਰ੍ਹਾਂ ਆਪ ਜਾਣਦੇ ਹੋ ਕਿ ਉਹ ਇੱਕ ਭੇਡ ਹੈ। ਠੀਕ ਹੈ, ਆਪ ਆਖਦੇ ਹੋ, ਪਾਸਵਾਨ ਸਾਹਿਬ, ਮੈਨੂੰ ਪਤਾ ਹੈ ਕਿ ਇਹੋ ਜਿਹੇ ਸਮੇਂ ਰਹੇ ਹਨ ਜਦੋਂ ਮੈਂ ਉਹ ਨਹੀਂ ਸੀ ਸੁਣਿਆ ਜੋ ਪ੍ਰਭੂ ਨੇ ਮੈਨੂੰ ਆਖਿਆ ਸੀ। ਮੈਂ ਉਹ ਨਹੀਂ ਕੀਤਾ। ਮੈਨੂੰ ਇਹ ਵੀ ਮੰਨਣਾ ਪੈਣਾ ਹੈ, ਅਸੀਂ ਸਭ ਇਸੇ ਤਰ੍ਹਾਂ ਦੇ ਹਾਂ। ਪਰ ਕੀ ਆਪ ਜਾਣਦੇ ਹੋ, ਅਸੀਂ ਕਦੇ ਵੀ ਇਸ ਹਾਲਾਤ ਵਿੱਚ ਖੁਸ਼ ਨਹੀਂ ਹੁੰਦੇ ਜਦੋਂ ਪ੍ਰਭੂ ਆਖ ਰਿਹਾ ਹੁੰਦਾ ਹੈ ਅਤੇ ਅਸੀਂ ਉਸ ਦੀ ਆਗਿਆਕਾਰੀ ਨਹੀਂ ਕਰ ਰਹੇ ਹੁੰਦੇ। ਉਦੋਂ ਹੀ ਅਸੀਂ ਕਦੇ ਵੀ ਆਰਾਮਦਾਇਕ ਮਹਿਸੂਸ ਨਹੀਂ ਕਰਦੇ। ਉਹ ਸਾਨੂੰ ਕੁਝ ਕਰਨ ਲਈ ਆਖ ਰਿਹਾ ਹੁੰਦਾ ਹੈ, ਅਸੀਂ ਉਸ ਦੇ ਪਿੱਛੇ ਨਹੀਂ ਚੱਲ ਰਹੇ। ਇਹੋ ਹੀ ਫਰਕ ਹੈ। ਆਪ ਵਿੱਚੋਂ ਕੁਝ ਮੇਰੀਆਂ ਆਵਾਜ਼ਾਂ ਨੂੰ ਸੁਣਦੇ ਹਨ ਔਰ ਮਸੀਹ ਹੋਣ ਦਾ ਦਾਅਵਾ ਕਰਨ ਵਾਲੇ ਹਨ। ਸਭ ਦੇ ਆਪ ਦਾ 10 ਸਾਲਾਂ ਤੋਂ ਪਾਪ ਵਿੱਚ ਹੋ ਕੇ ਚੱਲਦੇ ਆ ਰਹੇ ਹੋ। ਆਪ ਦੀ ਤਰ੍ਹਾਂ ਇਸ ਬਾਰੇ ਕੋਈ ਜ਼ਮੀਨ ਨਹੀਂ ਹੈ। ਆਪ ਤਾਂ ਵੀ ਨਹੀਂ ਸੋਚਦੇ ਕਿ ਇਸ ਤਰ੍ਹਾਂ ਕਰਨ ਵਿੱਚ ਕੋਈ ਖਰਾਬੀ ਹੈ। ਇਸ ਅਨੈਤਿਕਤਾ ਦੇ ਯੁੱਗ ਵਿੱਚ ਇਹ ਮੇਰੇ ਲਈ ਕਿੰਨਾ ਭੈਭੀਤ ਕਰਨ ਵਾਲਾ ਹੈ, ਕਿਉਂਕਿ ਬਹੁਤ ਸਾਰੇ ਲੋਕ ਹਨ ਜੋ ਇਹ ਆਖਦੇ ਹਨ, ਮੈਂ ਇੱਕ ਮਸੀਹੀ ਹਾਂ ਅਤੇ ਮੈਂ ਮਸੀਹ ਨੂੰ ਜਾਣਦਾ ਹਾਂ, ਪਰ ਮੈਂ ਉਹ ਨਹੀਂ ਕਰਦਾ ਅਤੇ ਇਹ ਕਰਦਾ ਹਾਂ ਤੇ ਮੇਰੀ ਇਸ ਬਾਰੇ ਕੋਈ ਜ਼ਮੀਨ ਨਹੀਂ ਹੈ। ਮੈਂ ਇਸ ਬਾਰੇ ਸੱਚਮੁੱਚ ਸਵਾਲ ਉਠਾਉਂਦਾ ਹਾਂ ਕਿ ਆਪ ਇੱਕ ਮਸੀਹ ਹੋ ਸਕਦੇ ਹੋ ਅਤੇ ਪਾਪ ਵਿੱਚ ਆਰਾਮ ਨਾਲ ਜੀ ਸਕਦੇ ਹੋ। ਆਪ ਜਾਣਦੇ ਹੋ, ਜੋ ਮੈਂ ਆਪਣੇ ਸਮਿਆਂ ਵਿੱਚ ਆਪਣੇ ਮਸੀਹ ਜੀਵਨ ਵਿੱਚ ਪਰਮੇਸ਼ਰ ਨਾਲ ਆਪਣੀ ਸੰਗਤ ਤੋਂ ਬਾਹਰ ਹੋਣ ਬਾਰੇ ਦੱਸ ਸਕਦਾ ਹਾਂ, ਉਹ ਮੇਰੇ ਦੁਆਰਾ
ਕੀਤੇ ਸਭ ਤੋਂ ਵੱਧ ਤਰਸਯੋਗ ਸੰਤਾਪ ਵਾਲੇ ਅਨੁਭਵ ਰਹੇ ਸਨ। ਮੈਂ ਸੱਚਮੁੱਚ ਇਹ ਵਿਸ਼ਵਾਸ ਕਰਦਾ ਹਾਂ ਕਿ ਇੱਕ ਮਸੀਹੀ ਜੋ ਪਰਮੇਸ਼ਰ ਨਾਲ ਆਪਣੀ ਸੰਗਤ ਤੋਂ ਬਾਹਰ ਹੋਵੇ, ਉਹ ਨਾ ਬਚਾਏ ਹੋਏ ਵਿਅਕਤੀ ਨਾਲੋਂ ਵੱਧ ਤਰਸਯੋਗ ਹੁੰਦਾ ਹੈ, ਕਿਉਂਕਿ ਆਪ ਜਾਣਦੇ ਹੋ ਕਿ ਉਹ ਜਾਣਦਾ ਹੁੰਦਾ ਹੈ ਕਿ ਪਰਮੇਸ਼ਰ ਨਾਲ ਸੰਗਤ ਕਰਨਾ ਕੀ ਹੁੰਦਾ ਹੈ। ਇੱਕ ਨਾ ਬਚਾਇਆ ਹੋਇਆ ਵਿਅਕਤੀ ਇਹ ਨਹੀਂ ਜਾਣਦਾ ਹੁੰਦਾ ਕਿ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ। ਜੇਕਰ ਆਪ ਇੱਕ ਮਸੀਹ ਹੋ ਤਾਂ ਜਦੋਂ ਆਪ ਚਰਵਾਹੇ ਦੀ ਆਵਾਜ਼ ਨਹੀਂ ਸੁਣਦੇ ਅਤੇ ਚਰਵਾਹੇ ਦੀ ਹਦਾਇਤ ਦੇ ਪਿੱਛੇ ਨਹੀਂ ਚੱਲਦੇ, ਤਦ ਆਪ ਪ੍ਰਸੰਨ ਹੋਣ ਦੇ ਜਾ ਰਹੇ ਹੋ। ਜੀ ਹਾਂ, ਆਪ ਆਖਦੇ ਹੋ ਪਾਸਵਾਨ ਜਰਮੀਆ ਜੀ, ਕਿਸੇ ਲਈ ਵੀ ਇਹ ਸੰਭਵ ਹੈ। ਉਹ ਵਿਸ਼ਵਾਸ ਦਾ ਇਕਰਾਰ ਕਰੇ ਅਤੇ ਆਖੇ ਕਿ ਉਹ ਇੱਕ ਮਸੀਹੀ ਹੈ, ਜਦੋਂ ਕਿ ਉਹ ਅਸਲ ਵਿੱਚ ਮਸੀਹੀ ਨਾ ਹੋਵੇ। ਬਿਲਕੁਲ, ਆਪ ਜਾਣਦੇ ਹੋ ਕਿ ਪ੍ਰਭੂ ਆਪਣੇ ਵਚਨ ਵਿੱਚ ਆਖਦਾ ਹੈ ਕਿ ਇਹੋ ਜਿਹਾ ਇੱਕ ਸਮਾਂ ਆਵੇਗਾ ਜਦੋਂ ਲੋਕ ਉਸ ਦੇ ਅੱਗੇ ਖੜੇ ਹੋਣ ਵਾਲੇ ਹਨ ਅਤੇ ਉਹ ਆਪਣਾ ਮੁਕੱਦਮਾ ਉਸ ਦੇ ਅੱਗੇ ਵੇਖਣ ਜਾ ਰਹੇ ਹਨ ਅਤੇ ਉਹ ਆਖਣਗੇ ਕਿ ਹੇ ਪ੍ਰਭੂ, ਅਸੀਂ ਤੇਰੇ ਨਾਮ ਵਿੱਚ ਅਚੰਭੇ ਕੰਮ ਕੀਤੇ ਹਨ। ਕੀ ਮੈਂ ਤੇਰੇ ਨਾਮ ਵਿੱਚ ਵੱਡੇ ਵੱਡੇ ਸੰਦੇਸ਼ ਪ੍ਰਚਾਰ ਨਹੀਂ ਕੀਤੇ? ਕੀ ਮੈਂ ਵੱਡੀਆਂ ਵੱਡੀਆਂ ਕਲੀਸਿਆਂ ਦੀ ਪਾਸਵਾਨੀ ਨਹੀਂ ਕੀਤੀ? ਕੀ ਮੈਂ ਮਹਾਨ ਭਜਨ ਨਹੀਂ ਗਾਏ? ਅਤੇ ਪ੍ਰਭੂ ਉਹਨਾਂ ਨੂੰ ਆਖਣ ਜਾ ਰਿਹਾ ਹੈ, ਮੇਰੇ ਤੋਂ ਦੂਰ ਚਲੇ ਜਾਓ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਮੈਂ ਸੋਚਦਾ ਹਾਂ ਕਿ ਇੱਕ ਇਕਰਾਰ ਕਰਨ ਵਾਲਾ ਜਿਸ ਨੇ ਸੰਦੀਪਕ ਜੂਨ ਨੂੰ ਨਹੀਂ ਸੀ ਪਾਇਆ, ਉਸ ਦੀ ਇੱਕ ਉਦਾਹਰਨ ਯਹੂਦਾ ਨਾਂ ਦਾ ਮਨੁੱਖ ਹੈ। ਕੀ ਆਪ ਜਾਣਦੇ ਹੋ ਕਿ ਯਹੂਦਾ ਇਸਕਰਿਓਤੀ ਪ੍ਰਭੂ ਦੇ 12 ਚੇਲਿਆਂ ਵਿੱਚੋਂ ਇੱਕ ਅਤੇ ਸਭ ਤੋਂ ਨਜ਼ਦੀਕੀ ਚੇਲਿਆਂ ਵਿੱਚੋਂ ਇੱਕ ਸੀ। ਉਹ ਪ੍ਰਭੂ ਦੀ ਧਰਤੀ ਉਤਲੀ ਸਾਰੀ ਸੇਵਾ ਦੇ ਦੌਰਾਨ ਪ੍ਰਭੂ ਦੇ ਨਾਲ ਚੱਲਿਆ ਸੀ। ਉਹ ਪ੍ਰਭੂ ਦੇ ਧਰਤੀ ਉੱਤੇ ਚੱਲਦੇ ਵਕਤ ਜਦੋਂ ਵੀ ਉਹਨਾਂ ਨੇ ਮਹਾਨ ਕੰਮਾਂ ਨੂੰ ਕੀਤਾ ਸੀ, ਉਹ ਸਾਰੇ ਮੌਕਿਆਂ ਤੇ ਪ੍ਰਭੂ ਦੇ ਨਾਲ ਸੀ। ਦੂਸਰੇ ਸਾਰੇ ਚੇਲਿਆਂ ਨੇ ਸੋਚਿਆ ਸੀ ਕਿ ਯਹੂਦਾ ਇੱਕ ਮਸੀਹੀ ਸੀ ਅਤੇ ਆਪ ਵਾਸਤੇ ਮੈਂ ਸਿੱਧ ਕਰ ਸਕਦਾ ਹਾਂ, ਕਿਉਂਕਿ ਜਦੋਂ ਪ੍ਰਭੂ ਨੇ ਆਪਣੇ ਸਾਰੇ ਚੇਲਿਆਂ ਦੇ ਲਈ ਇਹ ਐਲਾਨ ਕੀਤਾ ਸੀ ਕਿ ਉਹਨਾਂ ਵਿੱਚੋਂ ਉਸ ਨੂੰ ਧੋਖਾ ਨਾਲ ਪਕੜਾਉਣ ਜਾ ਰਿਹਾ ਹੈ, ਤਦ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਸੀ ਜਾਣਿਆ ਕਿ ਇਹ ਤਾਂ ਯਹੂਦਾ ਹੀ ਹੋਵੇ। ਉਹਨਾਂ ਆਖਿਆ ਸੀ ਕਿ ਉਹ ਮੈਂ ਹਾਂ, ਕਿ ਉਹ ਮੈਂ ਹਾਂ, ਕਿ ਉਹ ਮੈਂ ਹਾਂ। ਉਹ ਨਹੀਂ ਸੀ ਜਾਣਦੇ ਯਹੂਦਾ ਹੈ। ਉਹਨਾਂ ਸਾਰੇ ਵਰ੍ਹਿਆਂ ਦੇ ਦੌਰਾਨ ਉਹਨਾਂ ਦੀ ਹਜ਼ੂਰੀ ਵਿੱਚ ਠੀਕ ਠਾਕ ਜੀਵਨ ਬਿਤਾਇਆ ਸੀ। ਉਸ ਨੇ ਉਹਨਾਂ ਸਾਰਿਆਂ ਨੂੰ ਬੁੱਧੂ ਬਣਾਇਆ ਸੀ। ਚੇਲਿਆਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਸੀ ਪਤਾ ਕਿ ਧੋਖੇਬਾਜ਼ ਉਹੀ ਸੀ, ਅਤੇ ਇਹ ਉਦੋਂ ਤੱਕ ਜ਼ਾਹਿਰ ਨਹੀਂ ਸੀ ਹੋਇਆ ਜਦੋਂ ਤੱਕ ਉਸ ਖਾਸ ਪਲ ਨੂੰ ਯਹੂਦਾ ਉਸ 12 ਵਿੱਚੋਂ ਨਹੀਂ ਸੀ ਟਲਿਆ, ਅਤੇ ਜਦੋਂ ਤੱਕ ਉਸਨੇ ਮੁਕਤੀਦਾਤਾ ਦੇ ਚਿਹਰੇ ਉੱਤੇ ਆਪਣੇ ਚੁੰਮੇ ਨੂੰ ਨਹੀਂ ਸੀ ਲਿਆ ਅਤੇ ਉਸ ਨੇ ਧੋਖੇ ਨਾਲ ਨਹੀਂ ਸੀ ਫੜਵਾ ਦਿੱਤਾ ਅਤੇ ਬਾਹਰ ਜਾ ਕੇ ਆਪਣੇ ਖੁਦ ਦੀ ਜੀਵਨ ਲੀਲਾ ਖਤਮ ਨਹੀਂ ਸੀ ਕਰ ਲਈ। ਅਤੇ ਬਾਈਬਲ ਯਹੂਦਾ ਦੇ ਬਾਰੇ ਦੱਸਦੀ ਹੈ ਕਿ ਉਹ ਇੱਕ ਵਿਨਾਸ਼ ਦਾ ਪੁੱਤਰ ਸੀ, ਇੱਕ ਨਿੰਦਕ ਦਾ ਪੁੱਤਰ ਸੀ। ਉਹ ਕਦੇ ਵੀ ਇੱਕ ਮਸੀਹੀ ਨਹੀਂ ਸੀ। ਉਹ ਖੋਇਆ ਹੋਇਆ ਸੀ ਅਤੇ ਫਿਰ ਵੀ ਉਹ ਇੱਕ ਚੇਲਾ ਸੀ। ਉਹ ਪ੍ਰਭੂ ਦੀ ਨਜ਼ਦੀਕੀ ਟੋਲੇ ਦੇ ਭੌਂਦੇ ਚੇਲਿਆਂ ਵਿੱਚੋਂ ਇੱਕ ਸੀ। ਅਤੇ ਜੇਕਰ ਆਪ ਨੂੰ ਕਿਸੇ ਨੇ ਉਸ ਜ਼ਮਾਨੇ ਵਿੱਚ ਪੁੱਛਿਆ ਹੁੰਦਾ ਬਜ਼ੁਰਗ ਯਹੂਦਾ ਦੇ ਬਾਰੇ ਕੀ ਆਖਿਆ ਜਾਵੇ, ਕਿ ਉਹ ਪ੍ਰਭੂ ਨੂੰ ਜਾਣਦਾ ਸੀ? ਯਹੂਦਾ ਕਿਉਂ? ਉਹ ਪ੍ਰਭੂ ਦੇ ਚੇਲਿਆਂ ਵਿੱਚੋਂ ਇੱਕ ਸੀ, ਸੱਚਮੁੱਚ ਉਹ ਸੀ, ਪਰ ਉਸਨੇ ਪ੍ਰਭੂ ਨੂੰ ਕਦੇ ਨਹੀਂ ਸੀ ਜਾਣਿਆ। ਅਤੇ ਮੈਂ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਨਹੀਂ ਪਾਉਣਾ ਚਾਹੁੰਦਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਅਸੀਂ ਕਿਸੇ ਇੱਕ ਦਿਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਹੋਵਾਂਗੇ ਅਤੇ ਜਦੋਂ ਪਰਮੇਸ਼ਰ ਦੇ ਨਾਲ ਸਾਡੇ ਸੰਬੰਧ ਦੀ ਸੱਚਾਈ ਅਤੇ ਅਸਲੀਅਤ ਨੂੰ ਆਖਰਕਾਰ ਖੋਲ੍ਹਿਆ ਜਾਵੇਗਾ, ਤਦ ਉਦੋਂ ਬਹੁਤ ਸਾਰੇ ਇਹੋ ਜਿਹੇ ਲੋਕ ਹੋਣ ਜਾ ਰਹੇ ਹਨ ਜੋ ਕੁਰਸੀਆਂ ਉੱਤੇ ਬੈਠਦੇ ਸਨ, ਗਿਰਜੇ ਆਉਂਦੇ ਸਨ, ਅਗੂਆਂ ਦੇ ਅਹੁਦੇ ਉੱਤੇ ਸਨ ਅਤੇ ਸਰੀਰ ਵਿੱਚ ਕੰਮ ਕੀਤੇ ਸਨ, ਅਤੇ ਅਸੀਂ ਸਿਰਫ ਇਸੇ ਦੁਆਰਾ ਹੀ ਹੈਰਾਨ ਨਹੀਂ ਹੋ ਜਾਵਾਂਗੇ ਸਵਰਗ ਵਿੱਚ ਕੌਣ ਹੈ, ਪਰ ਇਸ ਦੁਆਰਾ ਕਿ ਕੌਣ ਉੱਥੇ ਨਹੀਂ ਹੈ। ਇਹ ਸੰਭਵ ਹੈ। ਆਪ ਗੌਰ ਕਰੋ, ਬਾਹਰੀ ਸਾਰੇ ਕਾਰਜਾਂ ਨੂੰ ਕੀਤੇ ਹੁਣ ਫਿਰ ਵੀ ਅਸੀਂ ਮਸੀਹ ਨੂੰ ਨਾ ਜਾਣਦੇ ਹੋਈਏ। ਆਪ ਆਖਦੇ ਹੋ ਠੀਕ ਹੈ ਪਾਸਵਾਨ ਜਰਮੀਆ ਜੀ, ਜੇਕਰ ਇੱਕ ਵਿਅਕਤੀ ਵਿਸ਼ਵਾਸੀ ਦੀ ਸੁਰੱਖਿਆ ਵਿੱਚ ਵਿਸ਼ਵਾਸ ਨਹੀਂ ਕਰਦਾ, ਤਦ ਕੀ ਉਹ ਸਵਰਗ ਨੂੰ ਜਾਵੇਗਾ? ਸੱਚਮੁੱਚ ਉਹ ਆਪਣੇ ਆਪ ਦੇ ਬਾਵਜੂਦ ਉੱਥੇ ਜਾਵੇਗਾ, ਸੱਚਮੁੱਚ ਉਹ ਉੱਥੇ ਹੀ ਜਾਵੇਗਾ। ਅਗਲੇ ਦਿਨ ਮੈਂ ਇੱਕ ਕਹਾਣੀ ਸੁਣੀ ਜੋ ਕਿ ਇਸ ਨੂੰ ਮੇਰੇ ਲਈ ਦਰਸਾਉਂਦੀ ਹੈ। ਕਾਫੀ ਸਮੇਂ ਪਹਿਲਾਂ ਕੈਨੇਡਾ ਵਿੱਚ ਇਹ ਸੱਚ ਹੋਣਾ ਮੰਨਿਆ ਜਾਂਦਾ ਸੀ ਕਿ ਇੱਕ ਵਿਅਕਤੀ ਪਹਾੜਾਂ ਦੇ ਵਿੱਚੋਂ ਇੱਕ ਵੱਡੀ ਝੀਲ ਦੇ ਕੋਲ ਆਇਆ। ਇਹ ਸਿਆਲ ਦੇ ਦਿਨ ਸਨ ਅਤੇ ਉਸ ਨੇ ਇਸ ਝੀਲ ਨੂੰ ਪਾਰ ਕਰਨਾ ਚਾਹਿਆ ਸੀ, ਪਰ ਨਹੀਂ ਸੀ ਜਾਣਦਾ ਕਿ ਉਸ ਝੀਲ ਦੀ ਜੰਮੀ ਹੋਈ ਬਰਫ਼ ਉਸ ਦੇ ਸਰੀਰ ਦਾ ਕਾਰ ਚੁਕਾਉਣ ਲਈ ਕਾਫੀ ਜੰਮੀ ਹੋਈ ਸੀ, ਅਤੇ ਇਹ ਜਾਣਦਿਆਂ ਹੋਇਆ ਕਿ ਉਸ ਨੂੰ ਝੀਲ ਦੇ ਦੂਸਰੇ ਪਾਸੇ ਪਾਰ ਲੰਘਣਾ ਹੀ ਸੀ, ਉਹ ਵਿਅਕਤੀ ਆਪਣੇ ਹੱਥ ਅਤੇ ਗੋਡਿਆਂ ਦੇ ਭਾਰ ਤੁਰਦੇ ਝੀਲ ਦੇ ਦੂਸਰੇ ਪਾਸੇ ਵੱਲ ਚੱਲਣਾ ਸ਼ੁਰੂ ਹੋ ਗਿਆ ਸੀ। ਹੌਲੀ ਹੌਲੀ ਕਰਕੇ ਜਿਸ ਤਰ੍ਹਾਂ ਟੇਢਾ ਮੇਢਾ ਹੋ ਕੇ ਉਹ ਅੱਗੇ ਵੱਧਦਾ ਗਿਆ, ਆਵਾਜ਼ਾਂ ਨੂੰ ਸੁਣਦਿਆਂ ਅਤੇ ਤੱਕਦਿਆਂ ਬਹੁਤ
ਸੰਕੋਚ ਨਾਲ ਉਸ ਝੀਲ ਦੇ ਦੂਸਰੇ ਪਾਰ ਜਾ ਰਿਹਾ ਸੀ ਅਤੇ ਫਿਰ ਅਚਾਨਕ ਹੀ ਉਸਨੇ ਇੱਕ ਵੱਡੀ ਗਰਜਨ ਦੀ ਆਵਾਜ਼ ਸੁਣੀ। ਉਹ ਡਰ ਦੇ ਮਾਰੇ ਮਰਨ ਹੀ ਵਾਲਾ ਸੀ। ਉਹਨੇ ਪਿੱਛੇ ਮੁੜ ਕੇ ਉਸ ਪਹਾੜ ਵਿੱਚ ਹੇਠਾਂ ਉਸ ਝੀਲ ਦੇ ਦੂਸਰੇ ਪਾਸਿਓਂ ਇੱਕ ਘੋੜੇ ਦੇ ਦੁਆਰਾ ਖਿੱਚੀ ਜਾਣ ਵਾਲੀ ਇੱਕ ਬੱਗੀ ਵੇਖੀ ਅਤੇ ਇਸ ਵਿੱਚ 8-10 ਮਨੁੱਖ ਸਵਾਰ ਸਨ। ਉਹ ਬਿਜਲੀ ਦੀ ਤੇਜ਼ੀ ਨਾਲ ਪਹਾੜ ਤੋਂ ਹੇਠਾਂ ਆ ਕੇ ਉਸ ਝੀਲ ਦੇ ਵਿੱਚੋਂ ਵਿਚੀ ਜਿੰਨੇ ਵੀ ਤੇਜ਼ ਜਾ ਸਕਦੇ ਸਨ ਝੀਲ ਦੇ ਦੂਸਰੇ ਪਾਰ ਲੰਘ ਗਏ। ਉਸਨੇ ਬੈਠ ਕੇ ਇਹ ਸਭ ਕੁਝ ਵੇਖਿਆ ਸੀ ਅਤੇ ਫਿਰ ਉਹਦੇ ਇੱਧਰ ਉੱਧਰ ਅੱਗੇ ਪਿੱਛੇ ਹੁੰਦੇ ਝੀਲ ਤੋਂ ਪਾਰ ਲੰਘ ਗਿਆ ਸੀ। ਹੁਣ ਉਹ ਉਸ ਘੋੜੇ ਦੁਆਰਾ ਖਿੱਚੀ ਜਾਣ ਵਾਲੀ ਬੱਗੀ ਦੀ ਤਰ੍ਹਾਂ ਹੀ ਨਿਸ਼ਚਿੰਤਾ ਨਾਲ ਉਸ ਝੀਲ ਦੇ ਦੂਸਰੇ ਪਾਰ ਲੰਘ ਗਿਆ ਸੀ। ਪਰ ਇਹ ਕੋਈ ਮਖੌਲ ਨਹੀਂ ਸੀ। ਇਹ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ, ਇਹ ਇੰਨਾ ਜ਼ਿਆਦਾ ਭਰੋਸੇਯੋਗ ਵੀ ਨਹੀਂ ਸੀ। ਸੱਚਮੁੱਚ ਉਹ ਜੋ ਵਿਸ਼ਵਾਸ ਦੀ ਸੁਰੱਖਿਆ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਸਵਰਗ ਵਿੱਚ ਹੋਣ ਜਾ ਰਹੇ ਹਨ। ਜੇਕਰ ਉਹਨਾਂ ਨੇ ਉੱਥੇ ਪਹੁੰਚਣਾ ਤੋਂ ਪਹਿਲਾਂ ਕੋਈ ਦਿਲ ਦਾ ਦੌਰਾ ਨਾ ਪਵੇ। ਪਰ ਆਪ ਜਾਣਦੇ ਹੋ ਕਿ ਪਰਮੇਸ਼ਰ ਨੇ ਪਰਮੇਸ਼ਰ ਦੀ ਬਾਣੀ ਇਸ ਕਰਕੇ ਨਹੀਂ ਦਿੱਤੀ ਤਾਂ ਕਿ ਅਸੀਂ ਬਾਹਰ ਜਾ ਸਕੀਏ ਅਤੇ ਜੋ ਕੁਝ ਪਰਮੇਸ਼ਰ ਨੇ ਸਾਡੇ ਲਈ ਕੀਤਾ ਹੈ ਉਸ ਬਾਰੇ ਸਰੀਰਕ ਹੋ ਜਾਈਏ। ਉਸ ਨੇ ਸਾਨੂੰ ਪਰਮੇਸ਼ਰ ਦੀ ਬਾਣੀ ਉਸ ਦੇ ਨਾਲ ਸਾਡੇ ਸੰਬੰਧ ਬਾਰੇ ਨਿਸ਼ਚਿੰਤਾ ਕਰਨ ਲਈ ਦਿੱਤੀ ਹੈ ਤਾਂ ਕਿ ਅਸੀਂ ਮਸੀਹੀ ਹੋਣ ਵਜੋਂ ਨਿਸ਼ਚਿੰਤਾ ਨਾਲ ਚੱਲ ਸਕੀਏ। ਇਹ ਜਾਣਦੇ ਹਾਂ ਕਿ ਸਾਡੀ ਮੁਕਤੀ ਉਸ ਵਿੱਚ ਹੈ ਅਤੇ ਇਹ ਕਿ ਉਹ ਸਾਡੇ ਅੰਦਰ ਸੁਣਨ ਅਤੇ ਚੱਲਣ ਦੀ ਇੱਛਾ ਬਖਸ਼ਦਾ ਹੈ। ਅਤੇ ਜੇਕਰ ਅਸੀਂ ਉਸ ਦੇ ਪਿੱਛੇ ਪਿੱਛੇ ਚੱਲਦੇ ਹਾਂ ਤਦ ਅਸੀਂ ਹਰ ਰੋਜ਼ ਨਿਸ਼ਚਿੰਤਾ ਨਾਲ ਜਿਉਣ ਦੀ ਖੁਸ਼ੀ ਨੂੰ ਜਾਣ ਸਕਦੇ ਹਾਂ ਕਿਉਂਕਿ ਅਸੀਂ ਮਸੀਹ ਵਿੱਚ ਸੁਰੱਖਿਅਤ ਹਾਂ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਹਨਾਂ ਨੂੰ ਜਾਣਦਾ ਹਾਂ। ਉਹ ਮੇਰੇ ਪਿੱਛੇ ਪਿੱਛੇ ਲੱਗੀਆਂ ਆਉਂਦੀਆਂ ਹਨ ਅਤੇ ਮੈਂ ਉਹਨਾਂ ਨੂੰ ਸੰਦੀਪਕ ਜਿਉਣ ਦਿੰਦਾ ਹਾਂ ਅਤੇ ਉਹ ਕਦੀ ਵੀ ਨਾਸ਼ ਨਹੀਂ ਹੋਣਗੀਆਂ। ਉਹ ਮੇਰੇ ਹੱਥ ਵਿੱਚ ਹਨ ਅਤੇ ਮੇਰੇ ਪਿਤਾ ਦੇ ਹੱਥ ਵਿੱਚ ਹਨ ਅਤੇ ਮੈਂ ਔਰ ਮੇਰਾ ਪਿਤਾ ਇੱਕ ਹਾਂ। ਦੋਸਤੋ, ਅਸੀਂ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਦੀਪਕ ਜੀਵਨ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਇਸ ਚੀਜ਼ ਨੂੰ ਦੇਖਣ ਦੀ ਅਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਵਿਸ਼ਵਾਸੀ ਦੀ ਮੁਕਤੀ ਕਿਆ ਉਸ ਤੋਂ ਖੁੱਜ ਸਕਦੀ ਹੈ। ਇਹ ਸੱਚਮੁੱਚ ਇੱਕ ਦਿਲਚਸਪ ਵਿਸ਼ਾ ਹੈ। ਪੌਲੁਸ ਆਪਣੀ ਮੁਕਤੀ ਦੀ ਸੁਰੱਖਿਆ ਵਿੱਚ ਇੰਨਾ ਆਸਮੰਦ ਹੈ ਕਿ ਰੋਮੀਆਂ ਦੀ ਪੱਤਰੀ ਦੇ 8 ਅਧਿਆਇ ਦੀ 35 ਆਇਤ ਦੇ ਵਚਨਾਂ ਵਿੱਚ ਉਹ ਇਸ ਦੀ ਇੱਕ ਪੂਰੀ ਸੂਚੀ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦਾ ਹੈ। ਜਿੰਨੀ ਵੀ ਸੂਚੀ ਉਹ ਆਪਣੀ ਇਸ ਆਇਤ ਵਿੱਚ ਦਿੰਦਾ ਹੈ ਉਹਨਾਂ ਵਿੱਚੋਂ ਕੋਈ ਵੀ ਉਹਦੀ ਮੁਕਤੀ ਨੂੰ ਖੋ ਨਹੀਂ ਸਕਦੀ ਸੀ। ਅਸੀਂ ਸਿੱਖਿਆ ਕਿ ਪਰਮੇਸ਼ਵਰ ਹੀ ਹੈ ਜੋ ਸਾਨੂੰ ਸੰਭਾਲਦਾ ਹੈ, ਉਹੀ ਹੈ ਜੋ ਸਾਨੂੰ ਬਚਾਉਂਦਾ ਹੈ, ਉਹੀ ਹੈ ਜੋ ਸਾਨੂੰ ਅੰਤ ਵਿੱਚ ਮਹਿਮਾ ਤੱਕ ਪਹੁੰਚਾਉਂਦਾ ਹੈ। ਦੋਸਤੋ, ਹੁਣ ਸਮਾਂ ਹੈ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰੀਏ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਨੂੰ ਸਮਾਪਤ ਕਰੀਏ, ਆਓ ਆਪਾਂ ਪ੍ਰਾਰਥਨਾ ਕਰਦੇ ਹਾਂ। ਸਾਡੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਇੱਕ ਵਾਰ ਫਿਰ ਤੋਂ ਪ੍ਰਭੂ ਜੀ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਧੰਨਵਾਦ ਦਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਅਖੀਰ ਤੱਕ ਬਣੇ ਰਹੇ। ਤੁਸੀਂ ਸਾਡੇ 'ਤੇ ਕਿਰਪਾ ਕੀਤੀ ਤਾਂ ਕਿ ਅਸੀਂ ਤੁਹਾਡੇ ਵਚਨ ਨੂੰ ਸਮਝ ਸਕੀਏ। ਅਸੀਂ ਕਿਰਪਾ ਦੇ ਬਾਰੇ ਅੱਜ ਸਮਝਿਆ ਕਿ ਸੱਚਮੁੱਚ ਪ੍ਰਭੂ ਇਸ ਦੇ ਜ਼ਰੀਏ ਤੁਸੀਂ ਜੋ ਮੁਕਤੀ ਪ੍ਰਦਾਨ ਕਰਦੇ ਹੋ ਪ੍ਰਭੂ ਜੀ, ਉਸ ਦੇ ਪ੍ਰਤੀ ਸਾਨੂੰ ਗੰਭੀਰ ਰਹਿਣ ਦੀ ਲੋੜ ਹੈ। ਸਾਡੀ ਇਹ ਮੁਕਤੀ ਸਾਡੇ ਤੋਂ ਕੋਈ ਵੀ ਵਿਪਦਾ, ਕੋਈ ਵੀ ਪਰੇਸ਼ਾਨੀ ਖੋ ਨਹੀਂ ਸਕਦੀ ਕਿਉਂਕਿ ਤੁਸੀਂ ਆਪਣਾ ਪ੍ਰੇਮ ਸਾਡੇ ਉੱਤੇ ਪ੍ਰਗਟ ਕੀਤਾ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਤੁਸੀਂ ਆਪਣਾ ਪ੍ਰੇਮ ਸਾਡੇ 'ਤੇ ਇਸੇ ਤਰ੍ਹਾਂ ਬਣਾਏ ਰੱਖੋ। ਤੁਸੀਂ ਆਪਣੀ ਕਿਰਪਾ ਨੂੰ ਸਾਡੇ 'ਤੇ ਇਸੇ ਤਰ੍ਹਾਂ ਬਣਾਏ ਰੱਖੋ ਤਾਂ ਕਿ ਅਸੀਂ ਪ੍ਰਭੂ ਜੀ ਤੁਹਾਡੀ ਮੁਕਤੀ ਦਾ ਆਨੰਦ ਮਾਣ ਸਕੀਏ। ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਦੋਸਤੋ, ਸਾਡੇ ਨਾਲ ਅਖੀਰ ਤੱਕ ਇਸ ਪ੍ਰੋਗਰਾਮ ਵਿੱਚ ਬਣੇ ਰਹਿਣ ਦੇ ਲਈ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਧੰਨਵਾਦ ਦਿੰਦਾ ਅਤੇ ਕੱਲ੍ਹ ਫਿਰ ਅਸੀਂ ਮਿਲਦੇ ਹਾਂ ਇੱਕ ਨਵੇਂ ਪ੍ਰੋਗਰਾਮ 'ਚ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।